या सलाम जी, क्या हाल चाल। तो शुरू करते हैं आज का व्लॉग आप लोगों के साथ। बिस्मिल्लाहिर्रहमानिर्रहीम, अल्लाहुम्मा सल्ली अला मुहम्मदिन व अला आलि मुहम्मदिन मुबारक वसल्लम। तो गाइस आज का दूसरी मैंने पढ़ी और आप भी पढ़ ले। और आज तबीयत नासाज है, बिल्कुल व्लॉग नहीं बन रहा, बट फिर भी आपके लिए, अपनी यूट्यूब फैमिली के लिए व्लॉग तो बनाना है। तो आज जो है ना, वो तबीयत बिल्कुल भी साथ नहीं दे रही। आज तो बस ये दिल करता था कि व्लॉग बने ही ना आज, बट आपको पता है कि डेली व्लॉग आना है और डेली व्लॉग के लिए बहुत एफर्ट करनी पड़ती है गाइस। तो सबसे पहले जो है ना, नहाते से शुरू करते हैं अपना। खबरदार। बिस्मिल्लाहिर्रहमानिर्रहीम। माशाल्लाह है रे, हैं। मजे के हैं कि नहीं हैं? आज तो मेरी वैसे तबीयत बढ़िया बहुत आ रही है, मेरा तो कुछ भी खाने को दिल नहीं कर रहा। मीठे राइस, मतंजन। आप खाती हो मतंजन शौक से? दाल तो उत्ते पा की करनी पी है। दाल पा उत्ते, दाल डालना बेटे, थोड़ी डाली हुई है। काका क्यों रो रहे हैं? काके ने क्या खाना है? आज तो दिल कर रहा था गाइस कि मैं जो है ना आज, क्योंकि रात की भी टेंशन जी है ना, अबू ने भी सानू पाई है, वो भी बहुत टेंशन है। तो आज फिर मैं अबू की तरफ आया हूँ जरा बातचीत करने के लिए, मनाने के लिए, क्योंकि रात की इतनी टेंशन थी ना, उससे मेरे बीपी इतना हाई हुआ है ना कि उसकी वजह से मेरा ना अब जिस्म कांप रहा है मेरा और सर फट रहा है मेरा। लेकिन आज बस किसी तरफ बात को लगा देना हमने। अब वो मानते हैं कि नहीं मानते, हाँ या ना करके बस स्किप कर देना सब कुछ। यार ये चीज़ा तो शेयर करना बाहर लोगों को। सुन लेना तुसी हुण अब्बू ने की किया। वो कहते ना असीं इन्हां कम्मां दे विच पैना है, ना ऐसी चीज़ां लोकां नूं दस्सणियां। बस ये लास्ट, आज बस दुआ करेंगे मामला खैर खैरियत से टल जाए। बेटे तुसी मेरी बोतल पी भी जा रहे हो, खैर हैं? घर ਦੀਆਂ ਗੱਲਾਂ ਬਾਹਰ ਸ਼ੇਅਰ ਨਹੀਂ ਕਰੀਦੀਆਂ ਪੁੱਤਰ। अबू जी सिर्फ जमीन दे ਜਿਹੜੀ ਗੱਲ ਹੈ, ਅਸੀਂ ਉਸ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਕਰਨੀ ਹੈਗੀ। ਗੱਲ ਗੱਲ ਹੀ ਢਿੱਡ ਚ ਬਾਹਰ ਨਹੀਂ ਕੱਢੀ। ਤੇ ਮੈਂ ਕਿਹਾ ਜੇ ਤੇ ਕੋਈ ਜੁਗਾੜ ਲੱਗ ਜਾਂਦਾ ਤੇ ਅਬੂ ਬਿਸਮਿਲ੍ਲਾ ਤਾਂ ਸਾਰਿਆਂ ਦੀ ਸਵਰ ਜਾਏਗੀ, ਲੇਕਿਨ ਸਾਡੇ ਇਕੱਲੇ ਦਾ ਥੋੜੀ ਫਾਇਦਾ ਹੋਣਾ, ਸਭ ਦੀ ਸਵਰ ਜਾਏਗੀ। ਮਰਬੇ ਤੇ ਥੋੜੀ ਜਿਹੀ ਤੁਸੀਂ ਅਗਰ ਪੈਰ ਵੀ ਸਾਨੂੰ ਕਰ ਦਿਓਗੇ, ਸਾਡਾ ਥੋੜਾ ਜਿਹਾ ਦੇ ਸਾਥ ਦੇ ਦਿਓਗੇ, ਤੇ ਹੋ ਸਕਦਾ ਕਿ ਉਹ ਸਾਨੂੰ ਜਦੋਂ ਸਾਨੂੰ ਤੇ ਕੱਲ ਦਾ ਪਤਾ ਚੱਲਿਆ ਨਾ ਕਿ ਮੁਹੰਮਦ ਬਖਸ਼ ਦੇ ਨਾਮ ਤੋਂ ਜ਼ਮੀਨ ਬੋਲਦੀ ਪਈ, ਤੇ ਮੇਰੇ ਤੇ ਕੱਲ ਦੀ ਹੱਡੀ ਨੇ ਜ਼ਮੀਨ ਤੇ ਲੱਗਦੀ ਪਈ। ਦੱਸੋ ਮੈਂ ਹੁਣ ਸਹੀ ਕਹਿ ਰਿਹਾ ਕਿ ਗਲਤ ਕਹਿ ਰਿਹਾ? ਠੀਕ ਹੈ, ਖਾਣਾ ਖਾਓ। ਫਿਰ ਖਾਣਾ ਖਾ ਲਈ, ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਨੇ ਆ। ਨਾਲ ਲਿਆ ਸੀ। अस्सलाम वालेकुम अब्बा जी। ਵਾਲੇਕੁਮ। अब्बू जी पहले ना मेरी गल
ਇੱਕ ਵਾਰੀ ਸੁਣ ਲੈਣਾ ਜ਼ਰਾ, ਠੀਕ ਹੈ? ਕੱਲ ਤੇ ਅਸੀਂ ਤੁਹਾਨੂੰ ਦੱਸਣ ਪੁੱਛਣ ਬਗੈਰ ਚਲੇ ਗਏ ਹਾਂ ਅਸੀਂ। ਗੱਲ ਸੁਣਨ ਵਾਲੀ ਹੋਏਗੀ ਤੇ ਉਹ ਸੁਣਾਗਾ, ਵਰਨਾ ਨਹੀਂ। ਮੇਰੀ ਗੱਲ ਸੁਣੋ, ਕੱਲ ਜਿਸ ਤਰ੍ਹਾਂ ਵਕੀਲ ਨੇ ਤੁਹਾਨੂੰ ਥੋੜੀ ਬਹੁਤੀ ਕੱਲ ਸਟੋਰੀ ਦਾ ਰਾਤੀ ਮਿੰਟ ਦਾ ਤੁਹਾਨੂੰ ਦੱਸਿਆ ਹੋਣਾ ਕਿ ਇਸ ਤਰ੍ਹਾਂ ਵਕੀਲ ਨੇ ਸਾਨੂੰ ਜ਼ਮੀਨ ਜਿਹੜੀ ਨਾ ਉਹ ਦੱਸੀ ਹੈ ਕਿ ਤੁਹਾਡੀ ਬੋਲਦੀ ਵੀ ਮੁਹੰਮਦ ਬਖਸ਼ ਦੇ ਨਾਂ ਤੋਂ, ਮਤਲਬ ਕਿ ਤੁਹਾਡੇ ਮੇਰੇ ਦਾਦਾ, ਤੁਹਾਡੇ ਅੱਬੂ ਤੇ ਉਹਨਾਂ ਦੇ ਅੱਬੂ ਦੇ ਨਾਂ ਤੋਂ ਬੋਲਦੀ ਪਈ ਹੈ। ਤੇ ਜੇ ਅਸੀਂ ਚੱਲ ਜੰਨੇ ਥੋੜੀ ਮਗਰ ਪਿਆਰ ਵੀ ਕਰ ਲੈਣ ਤੇ ਕੀ ਫਰਕ ਪੈਂਦਾ ਹੈ? ਪਤਾ ਇਹ ਜ਼ਮੀਨਾਂ ਦੇ ਰੌਲੇ ਵਿੱਚ ਨਾ ਜਾਨਾਂ ਜਾਇਆ ਚਲੇ ਜਾਂਦੀਆਂ ਨੇ ਤੇ ਹਾਸਲ ਕੁਛ ਨਹੀਂ ਹੁੰਦਾ। ਤੇ ਅੱਬੂ ਹੈ ਤਾਂ ਸਾਡੇ ਦਾ, ਤੇ ਤੁਸੀਂ ਜੇ ਸਾਡੇ ਦਾਦੇ ਪੜਦਾਦੇ ਦੇ ਨਾਂ ਤੇ ਬੋਲਦੀ ਤੇ ਹੈਗੀ ਤੇ ਸਾਡੀ ਹੈ ਨਾ। ਤੁਹਾਡੀ ਮਿਹਰਬਾਨੀ ਆ, ਇਹ ਜ਼ਮੀਨ ਦੇ ਪੰਗੇ 'ਚ ਨਾ ਪਵੋ, ਆਪਣੀ ਜ਼ਿੰਦਗੀ ਇੰਜੋਏ ਕਰੋ। ਤੇ ਕੋਈ ਵੀ ਤਾਂ ਕਬਜ਼ਾ ਕਰਕੇ ਉੱਥੇ ਬੈਠਾ ਹੈ ਨਾ, ਤੇ ਜੇ ਅਸੀਂ ਛੁਡਾ ਲਵਾਂਗੇ ਤੇ ਕੀ ਜਾਏਗਾ? ਉਹ ਆਪੀ ਅੱਲਾ ਨੂੰ ਉਹਨੂੰ ਪੁੱਛੇਗਾ, ਜਿਨ੍ਹਾਂ ਨੇ ਕਬਜ਼ਾ ਕੀਤਾ ਹੈ ਨਾ, ਅੱਲਾ ਪੁੱਛੇਗਾ। ਮੇਰੀ ਗੱਲ ਸੁਣੋ, ਦਾਦਾ ਬੂ ਕੋਲ, ਸਾਡੇ ਦਾਦਾ ਬੂ ਕਿੰਨੀ ਵੱਡੀ ਫਾਈਲ ਹੁੰਦੀ ਸੀ, ਠੀਕ ਹੈ? ਆਖਰ ਉਹ ਜਿਹੜਾ ਬੰਦਾ ਦੇ ਕੇ ਗਿਆ ਹੈ ਕੋਈ ਕਾਗਜ਼ ਪੱਤਰ, ਉਹ ਤਾਂ ਕਰਕੇ ਦੇ ਕੇ ਗਿਆ ਕਿ ਯਾਰ ਤੁਹਾਡੀ ਹੈਗੀ ਜੇ, ਤੁਸੀਂ ਹੁਣ ਵੱਡੇ ਹੋ ਗਏ, ਤੁਹਾਡੇ ਮੁੰਡੇ ਵੱਡੇ ਹੋ ਗਏ ਨੇ, ਤਾਂ ਤੁਸੀਂ ਹੁਣ ਲੈ ਸਕਦੇ ਹੋ। ਪੁੱਤਰ ਇਹਨਾਂ ਚੱਕਰਾਂ 'ਚ ਨਹੀਂ ਪੈਣਾ, ਜ਼ਮੀਨ ਦੇ ਚੱਕਰਾਂ 'ਚ। ਹੁਣ ਸਾਡੀ ਜ਼ਿੰਦਗੀ ਜਿਹੜੀ ਹੈ ਨਾ, ਕੋਈ ਪਤਾ ਨਹੀਂ ਸਾਹ ਹੈ ਕਿ ਨਹੀਂ ਅੱਲਾਹ ਤਾਲਾ ਹੈ, ਤੁਹਾਨੂੰ ਸਿਹਤ ਤੇ ਤੰਦਰੁਸਤੀ ਦੇਵੇ। ਅਸੀਂ ਇਹਨਾਂ ਚੱਕਰਾਂ 'ਚ ਪੈ ਕੇ ਤੇ ਟੈਨਸ਼ਨਾਂ ਮੂਲ ਨਹੀਂ ਲੈਣੀਆਂ। ਤੁਹਾਡੀ ਮਿਹਰਬਾਨੀਆਂ, ਖਾਓ ਪੀਓ, ਆਪਣੇ ਬੱਚਿਆਂ ਦੇ ਵਿੱਚ ਜ਼ਮੀਨ ਦਾ ਖੇੜਾ ਬਿਲਕੁਲ ਛੱਡ ਦਿਓ। ਇੰਝ ਹੀ ਜ਼ਿੰਦਗੀ ਗੁਜ਼ਾਰੀ ਜਾਈਏ ਫਿਰ ਅਸੀਂ, ਧੱਕੇਸ਼ਾਹੀ ਨਾਲ ਜ਼ਿੰਦਗੀ ਗੁਜ਼ਾਰੀ ਜਾਈਏ ਬਸ, ਹੈ? ਜੋ ਕਿਸਮਤ 'ਚ ਲਿਖਿਆ ਹੈ ਨਾ, ਅੱਲਾਹ ਤਾਲਾ ਉਹੀ ਦਿੰਦਾ ਹੈ। ਵੇਖ ਲਵੋ। ਠੀਕ ਹੈ, ਖਬਰਦਾਰ ਇਹਨਾਂ ਜ਼ਮੀਨਾਂ ਦੇ ਰੌਲਿਆਂ 'ਚ ਨਾ ਪੈ, ਇਹਨਾਂ 'ਚ ਕੁਛ ਨਹੀਂ ਹੈਗਾ, ਜ਼ਿੰਦਗੀ ਇੰਜੋਏ ਕਰੋ। ਅੱਬੂ ਜ਼ਿੰਦਗੀ ਸਿਗਰਟ ਲਾ ਲੱਗੇ ਅਸੀਂ। ਖਬਰਦਾਰ ਇਹਨਾਂ ਜ਼ਮੀਨਾਂ ਦੇ ਰੌਲਿਆਂ 'ਚ ਨਾ ਪਈ ਪੁੱਤਰਾ, ਇਹਨਾਂ ਜ਼ਮੀਨਾਂ ਦੇ ਵਿੱਚ ਕੁਛ ਨਹੀਂ ਪਿਆ, ਬਰਬਾਦੀ ਤੋਂ ਸਿਵਾ, ਜ਼ਿੰਦਗੀ ਇੰਜੋਏ ਕਰੋ। ਪੁੱਤਰ ਇਹਨਾਂ ਜ਼ਮੀਨਾਂ ਦੇ ਰੌਲਿਆਂ ਦੇ ਵਿੱਚ ਨਾ ਪੈ, ਇਹਨਾਂ ਜ਼ਮੀਨਾਂ ਦੇ ਵਿੱਚ ਬੜੇ ਬੜੇ ਲਗੇ ਗਏ ਨੇ, ਤੇ ਆਪਣੀ ਜ਼ਿੰਦਗੀ ਇੰਜੋਏ ਕਰੋ। ਪੁੱਤਰ ਜ਼ਿੰਦਗੀ ਇੰਜੋਏ ਕਰੋ। देखो पुत्र जिंदगी एंजॉय करो। अच्छा गाइस, तो मैं जा रहा हूँ इस वक्त घर। आपको पता घर में कोई नहीं है, बच्चे अपनी नानों की तरफ गए हैं और मैं आया था अबू से बात करने के लिए, तो अबू से बात बनी नहीं है अभी। तो वो कुछ बातें उन्होंने समझाई हैं, कुछ मेरी समझ में, कुछ मेरी समझ में नहीं आई हैं। तो मैं इस वक्त फिर घर जा रहा हूँ, बाकी बातें भी जाकर घर करते हैं। तू किधर आया है? चाबी दे दे यार भाई। चाबी? हाँ तेरे को मैं घर चल रहा हूँ। भाई मौसम भी जिराना आज बड़ा गर्म होया पे। हम किधर गए? अम्मी अंदर ही ने। तो ठीक है जी, जाते हैं घर, तो फिर जाके देखते हैं क्या सूरत हाल होती है। फिर आपसे बात आपको बताता हूँ कि जो ने मुझसे बातें की हैं कुछ समझ में आई हैं, कुछ मेरी समझ में बिल्कुल भी नहीं है। जहाँ से वो कह रहे हैं वो ठीक है, जहाँ से मैं कह रहा हूँ उनको समझ नहीं आ रही। तो मैं चलता हूँ फिर से गाइस। तो इस वक्त घर आ गया हूँ मैं, और आके मैं लेट गया था क्योंकि मेरी तबीयत जो है ना वो थोड़ी सी नासाज है थी। सुबह से ही ऐसा दिन चढ़ा हुआ कि तबीयत जो है ना बहुत ज़्यादा अपसेट है मेरी। बीपी आज बहुत ज़्यादा शूट किया हुआ था, तो मैं आपको बता नहीं सकता। आज का व्लॉग बनाना मेरे लिए एक बहुत बड़ा मुआरका बना हुआ था। तो आज देख रहे हैं कि इस वक्त घर में भी कोई नहीं है, घर खाली है, बच्चे अपने नानों की तरफ गए हैं। तो मैं उठा हूँ सुबह, तो अम्मी की तरफ चला गया था, ज़रूरी काम था, वो जो ज़मीन का रोला चल रहा था। तो वो बात अबू से मैंने की है, पर अबू ने ना मुझे 2 हरफों में बात समझाई। अबू ने कहा पुत्र दे, मैं सारी ज़िंदगी अपनी शराफत के नाल गुजार दी है, तू दुनिया के किसी बंदे को भी जाके पूछ ला, उन्होंने कहना कि ऐसे बंदे ने ज़िंदगी मेहनत करके गुजार ली है मगर रोड़े रप्पियां दे विच नहीं पिया। तो अबू ने कहा यार शराफत की ज़िंदगी जी, चुप करके जी, जिन्हें जी जाती है, तेरे को है खाण वास्ते, तेरे को नहीं है खाण वास्ते, तो तू इस स्यापियां दे विच ना पै, क्योंकि तू ज़िंदगी एक जीना पिया। अगर तू जमीन के रोलिया रप्पियां वाली साइड के उत्ते चला जाएगा ना, तो तेन हासिल कुछ नहीं ना, उल्टा तू नुकसान के जाएगा, परेशानी के जाएगा। क्यों? तेरे पुत्र है अगों, तो पुत्रां दे नाल कोई मसला बन गया ना, तो तू जी नहीं सकेगा। असीं तेनों वेखने कि तू अपने पुत्रां तो बगैर दम भी नहीं भरता। तो गाइस बात उनकी बिल्कुल बजा है, मनन वाली गल है। फिर अबू ने ना गल शुगल दे विच पा ली। अगर आप ये वाला व्लॉग देखोगे ना, तो आपको सारी समझ आ जाएगी। अबू ने फिर इंज जी शुगल दे विच गल पाई ना कि साडियां हस हस के मक्खियां दूर होने लगियां। एंड ते फिर अबू ने गल कीती है,
ਅੱਬੂ ਕਹਿੰਦੇ ਪੁੱਤਰ ਦੇਖ ਲੈ ਇਹੀ ਜ਼ਿੰਦਗੀ ਦਾ ਸਕੂਨ ਹੈਗਾ ਜੀ ਕਿ ਅੱਜ ਮੈਂ ਆਪਣੇ ਤੁਹਾਡੇ ਵਿੱਚ ਬੈਠਾ ਹਾਂ, ਆਪਣੇ ਜੀਆਂ ਦੇ ਵਿੱਚ ਬੈਠਾ ਹਾਂ ਤੇ ਰੋਲੇ ਰੱਪੇ ਦੇ ਵਿੱਚ ਪੈਂਦਾ ਤੇ ਜਿਸ ਤਰ੍ਹਾਂ ਮੇਰਾ ਭਰਾ ਲਗਾ ਗਿਆ ਸੀ ਤੇ ਉਹ ਫਿਰ ਆਪਣੀ ਭਤੀਜੀ ਦੀ ਗੱਲ ਕਰਨ ਲੱਗ ਪਏ ਤੇ ਫਿਰ ਥੋੜਾ ਜਿਹਾ ਅਫਸੁਰਦਾ ਹੋ ਗਏ ਤੇ ਅੱਬੂ ਨੇ ਕਿਹਾ ਦੇ ਅੱਜ ਮੈਂ ਤੁਹਾਡੇ 'ਚ ਬੈਠਾ ਹਾਂ ਨਾ, ਸਿਰਫ ਕਿ ਮੈਂ ਰੋਲੇ ਰੱਪੇ ਦੇ ਵਿੱਚ ਨਹੀਂ ਪਿਆ, ਮੈਂ ਮਿਹਨਤ ਕਰ ਲਈ। ਮੈਂ ਅੱਜ ਤੱਕ ਕਦੀ ਕਿਸੇ ਨੂੰ ਦੱਸੀ ਨਹੀਂ ਕਿ ਸਾਡਾ ਪਿੱਛੇ ਜ਼ਮੀਨ ਉਹ ਐਡੀ ਮਾਸ਼ਾਅੱਲਾ ਸਾਡੇ ਕੋਲ ਜ਼ਮੀਨ ਹੈਗੀ ਹੈ। ਕਿਉਂ ਅਗਰ ਮੈਂ ਕਿਸੇ ਨੂੰ ਦੱਸ ਦੇਣਾ ਤੇ ਕਿਸੇ ਨੇ ਕਹਿਣਾ ਸੀ ਆਓ ਜੀ ਤੁਹਾਨੂੰ ਸ਼ਫੀ ਸਾਹਿਬ ਮੈਂ ਲੈ ਕੇ ਜਾਣਾ, ਆਓ ਜੀ ਮੈਂ ਚੱਲਣਾ, ਆਓ ਜੀ ਮੈਂ ਆਪਣਾ ਕਹਾ ਕੋਈ 10 ਸੱਜਣ ਤੇਰੇ ਕੋਲ ਹੋ ਜਾਣਗੇ ਮਗਰ ਪੈਰ ਵਿੱਚ ਬਾਅਦ ਚੋਂ ਕਿਸੇ ਨੇ ਨਹੀਂ ਲਾਣਾ ਤੇ ਬਾਅਦ ਸਾਰੇ ਪੀ ਤੇਰੇ ਉੱਤੇ ਪੈਣੇ। ਆਪਣਾ ਕਹਾ ਚੁੱਪ ਕਰਕੇ ਸ਼ਰਾਫਤ ਦੀ ਜ਼ਿੰਦਗੀ ਜੀ ਜਾ, ਦੇਖੋ ਜਿੰਜ ਦੀ ਜ਼ਿੰਦਗੀ ਜੀ ਜਾ ਰਹੇ ਨਾ, ਜੇ ਅੱਲਾ ਨੇ ਤੇਰੇ ਨਸੀਬਾਂ 'ਚ ਦਿੱਤਾ, ਜੇ ਅੱਲਾ ਨੇ ਤੇਰੇ ਨਸੀਬਾਂ 'ਚ ਰੱਖਿਆ ਇਹਨਾਂ ਦਾ ਇਨਸ਼ਾ ਅੱਲਾਹ ਉਹ ਤੈਨੂੰ ਜ਼ਰੂਰ ਦੇਗਾ। ਕਿਉਂਕਿ ਜ਼ੋਰ ਮੈਂ ਹੀ ਲਾ ਰਿਹਾ ਸੀ ਆਪਣੇ ਪੂਰੇ ਘਰ ਦੇ ਵਿੱਚ, ਜ਼ੋਰ ਕੋਈ ਵੀ ਨਹੀਂ ਸੀ ਲਾ ਰਿਹਾ ਤੇ ਮੈਂ ਹੀ ਕਹਿ ਰਿਹਾ ਸੀ ਆਪੇ ਹੀ ਉੱਤੇ ਮੁਰੱਬੇ ਹਿਸਾਬ ਨਾਲ ਆਪਣਾ ਵਿਗਿਆ ਹਿਸਾਬ ਨਾਲ ਸਾਨੂੰ ਲੱਭ ਜਾਣਾ ਸਾਰਾ ਕੁਝ ਤੇ ਥੋੜੀ ਜਿਹੀ ਪੈਰ ਵੀ ਗਾਲੀ ਯਕੀਨ ਮੰਨੋ ਕਿ ਮੈਂ ਵਕੀਲ ਤੱਕ ਹੋ ਆਇਆ ਮੈਂ ਕੱਲ ਜਾ ਕੇ, ਵਕੀਲ ਨੇ ਵੀ ਮੈਨੂੰ ਇਹ ਮਸ਼ਵਰਾ ਦੇਣਾ, ਉਹਨੇ ਕਿਹਾ ਤੁਸੀਂ ਬਿਲਕੁਲ ਵੀ ਪਰੇਸ਼ਾਨ ਨਾ ਹੋ, ਤੁਹਾਨੂੰ ਜ਼ਮੀਨ ਜਿਹੜੀ ਨਾ ਲੈ ਕੇ ਅਸੀਂ ਦਿਆਂਗੇ। ਬਹਰਹਾਲ ਜੋ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਸਾਡੇ ਨਾਲ ਚੱਲਣਾ ਤੇ ਬਹਰਹਾਲ ਜਿਸ ਵਕਤ ਅੱਬੂ ਨੂੰ ਪਤਾ ਚੱਲਿਆ ਤੇ ਹੁਣ ਸਵੇਰੇ ਤੁਸੀਂ ਦੇਖਿਆ ਕਿ ਅੱਬੂ ਨਾਰਾਜ਼ ਬੈਠੇ ਹੋਏ ਸਨ ਤੇ ਉਹਨਾਂ ਨੇ ਸਿਰਫ ਮੈਨੂੰ ਇਹ ਕਿਹਾ ਕਿ ਸੁਲੇਮਾਨ ਸਾਹਿਬ ਮੈਂ ਬਿਲਕੁਲ ਵੀ ਇਸ ਕੰਮ ਦੇ ਵਿੱਚ ਰਾਜ਼ੀ ਨਹੀਂ ਹੈਗਾ, ਠੀਕ ਹੈ ਜੇ ਤੂੰ ਮੇਰਾ ਪੁੱਤਰ ਹੈ ਤੂੰ ਮੇਰੀ ਗੱਲ ਮੰਨੇਗਾ ਤੇ ਜਿਸ ਤਰ੍ਹਾਂ ਜ਼ਿੰਦਗੀ ਜਿੰਨਾ ਮੈਂ ਇੰਜੀ ਜ਼ਿੰਦਗੀ ਹੈ ਤੇ ਤੂੰ ਕਿਸੇ ਦੇ ਕੰਨ ਦੇ ਵਿੱਚ ਵੀ ਇਹ ਗੱਲ ਨਾ ਪਾ ਕੇ ਸਾਡੀ ਜ਼ਮੀਨ ਹੈਗੀ ਹੈ, ਅਗਰ ਤੂੰ ਆਪਣੀ ਦਾएं ਬਾएं ਉੱਤੇ ਥੱਲੇ ਕਿਸੇ ਨੂੰ ਦੱਸੇਗਾ ਨਾ ਤੇ ਕੋਈ ਨਾ ਕੋਈ ਤੇਰੇ ਨਾਲ ਤੁਹਾਨੂੰ ਕਾਇਲ ਕਰ ਹੀ ਲਏਗਾ ਤੇ ਉਹ ਅੱਗੇ ਹੋ ਵੇਨੇ ਆ ਇਧਰ ਨਾਲ ਚੱਲਨੇ ਵੇਨੇ ਇਧਰ ਨਾਲ ਚੱਲਨੇ ਆ ਤੇ ਕੀ ਕਰੇਗਾ, ਗੋਲੀ ਬਾਜ਼ੂ ਤੇਰੇ ਵੱਲ ਆਣੀ ਹੈ, ਤੇਰਾ ਸੀਨਾ ਕਰਾਸ ਕਰਨੀ ਹੈ, ਕਿਸੇ ਵੱਲ ਨਹੀਂ ਜਾਣੀ ਤੇ ਆਪਣੇ ਪੁੱਤਰਾਂ ਵੱਲ ਧਿਆਨ ਕਰ ਤੇ ਇਹ ਭੁੱਲਿਆ ਸੀ ਨਾ ਅੱਜ ਤੱਕ ਤੇ ਇਹਨੂੰ ਸਮਝ ਲੈ ਕਿ ਤੂੰ ਇਹ ਗੱਲ ਸੁਣੀ ਨਹੀਂ ਕਿਸੇ ਦੇ ਕੋਲੋਂ, ਇਹਨੂੰ ਭੁੱਲ ਜਾ। ਅੱਬੂ ਨੇ ਫਿਰ ਗੱਲ ਸ਼ੁਗਲ ਚ ਪਾਤੀ, बहरहाल समझ ਤੇ ਉਹਨਾਂ ਦੀ ਗੱਲ ਸਾਰੀ ਆ गई ਤੇ बहरहाल गाइस अगर तो हमारे नसीब में हुआ तो वो चीज़ हमारे पास चल के आ जाएगी। बाकी अगर जिन्होंने कब्जा कर लिया तो अबू कहते ने मालिक उन्होंने जरूर पूछेगा, ਤੁਹਾਨੂੰ ਇਸ ਚੀਜ਼ ਦਾ ਅਜਰ ਜ਼ਰੂਰ ਮਿਲੇਗਾ। ਤੇ ਉਹ ਅੱਜ ਦੇ ਵਲੋਗ ਜੋ ਤੁਸੀਂ ਦੇਖਣਾ ਕਿ ਅੱਬੂ ਨੇ ਮੈਂ ਖੈਰ ਥੋੜਾ ਜਿਹਾ ਸ਼ੁਗਲ ਉਹਨਾਂ ਦਾ ਵਿੱਚ ਪਾਇਆ ਤੇ ਜ਼ਿਆਦਾ ਨੇ ਉੱਗੇ ਬੂਹੇ ਨਾਰਾਜ਼ ਹੁੰਦੇ ਸਨ ਤੇ बहरहाल ਇੱਕ ਦੋ ਗੱਲਾਂ ਜਿਹੜੀਆਂ ਨੇ ਉਹਨਾਂ ਦੀ ਐਂਡ ਦੇ ਮੈਂ ਵਿੱਚ ਪਾ ਦਿੱਤਾ, ਤੁਸੀਂ ਦੇਖਣਾ ਉਹ वाला व्लॉग ਤੁਹਾਨੂੰ बहुत मज़ा आएगा। तो गाइज आज का व्लॉग फिर मैं यहीं पे एंड करता हूँ क्योंकि अबू तो मन्ने कोई नहीं गए, वो जो गल्लां कीतियां ने। हाँ अगर आपको लगता है इन बातों में तो आप मुझे कमेंट सेक्शन में जाकर ज़रूर बता सकते हैं अपनी कैफियत के भी हाँ इस तरह कर लेना चाहिए कि नहीं करना चाहिए। तो ਤੁਹਾਡੇ ਜਿਹੜੇ कमेंट होंगे तो फिर मैं अबू ना भी शेयर करांगा। तो आज के व्लॉग का गाइस हम यहीं पे एंड करते हैं, मिलते हैं इंशाल्लाह ताला आपको अगले व्लॉग में। और जाते जाते एक बार ज़रूर सुन के जाइएगा, कल लाइव पे जब हम बैठे हुए थे तो हमें आयशा जी ने ज्वाइन किया था, आयशा शहजादी ने ज्वाइन किया था हमें मुल्तान से। तो आयशा जी हमें कह रहे थे कि आज़ाद साहब आपके लिए जो है ना हम आम्बू की पेटी भेजेंगे। तो आयशा जी मैंने आपका जिक्र भी कर लिया अपने व्लॉग में, और जब आपकी आम्बू की पेटी आएगी हम गाइस के साथ वो भी शेयर करेंगे। फिर से गाइस अगेन आपसे अगले व्लॉग में मुलाकात होगी, तब तक के लिए आप अपना और अपनों का बहुत सारा ख्याल रखिएगा। या सलाम।